Students, a warm welcome to today's special session. Let's study Section C, Chapter 4, The Model Millionaire, from your book A Panorama of Life. This chapter is written by Oscar Wilde. The following story has been written by Oscar Wilde, who is an imaginative and witty writer of the short stories, novels, plays, who lived in the later half of the 19th century. ਪਿਆਰੇ ਬੱਚਿਓ ਬਹੁਤ ਸਵਾਗਤ। ਇਹ ਕਹਾਣੀ ਆਸਕਰ ਵਾਈਲਡ ਦੀ ਲਿਖੀ ਹੋਈ ਹੈ। ਆਸਕਰ ਵਾਈਲਡ ਦੀਆਂ ਕਹਾਣੀਆਂ ਦੇ ਵਿੱਚ ਬਹੁਤ ਖੂਬਸੂਰਤ ਕਲਪਨਾ ਹੁੰਦੀ ਹੈ। ਇਸ ਵਿੱਚ ਵੀ ਬਹੁਤ ਖੂਬਸੂਰਤ ਕਾਲਪਨਿਕ ਕਹਾਣੀ ਹੈ ਅਤੇ ਇਸ ਦੇ ਵਿੱਚ ਹਮੇਸ਼ਾ ਵਿਟ ਹੁੰਦੀ ਹੈ। ਵਿਟ ਮਤਲਬ ਹਾਜ਼ਰ ਜਵਾਬੀ। ਆਸਕਰ ਵਾਈਲਡ ਨੇ ਬਹੁਤ ਸਾਰੀਆਂ ਛੋਟੀਆਂ ਕਹਾਣੀਆਂ ਲਿਖੀਆਂ, ਨੋਵਲਸ ਲਿਖੇ, ਨਾਟਕ ਲਿਖੇ। 19ਵੀਂ ਸਦੀ ਦੇ ਬਾਅਦ ਵਾਲੇ ਹਿੱਸੇ ਦੇ ਵਿੱਚ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਸਨ। Note how the author builds his story around the enduring virtue of humanity, understanding and compassion. Note also the dramatic turn in the story. ਇਸ ਕਹਾਣੀ ਦੇ ਵਿੱਚ ਤੁਸੀਂ ਦੇਖੋਗੇ ਕਿ ਕਈ ਸਾਰੀਆਂ ਇਨਸਾਨ ਦੇ ਗੁਣਾਂ ਦੀ ਗੱਲ ਕੀਤੀ ਗਈ ਹੈ, ਇਨਸਾਨੀਅਤ ਦੀ ਗੱਲ ਕੀਤੀ ਗਈ ਹੈ, ਇੱਕ ਦੂਸਰੇ ਨੂੰ ਕਿਵੇਂ ਸਮਝਣਾ ਇਹ ਗੱਲ ਕੀਤੀ ਗਈ ਹੈ, ਇੱਕ ਦੂਸਰੇ ਦੇ ਪ੍ਰਤੀ ਪਰਸਪਰ ਪ੍ਰੇਮ ਕਿਵੇਂ ਹੋਣਾ ਚਾਹੀਦਾ ਮਨੁੱਖਾਂ 'ਚ ਇਹਦੀ ਗੱਲ ਕੀਤੀ ਗਈ ਹੈ। ਔਰ ਕਹਾਣੀ ਦੇ ਵਿੱਚ ਇੱਕ ਅਜਿਹਾ ਨਾਟਕੀ ਮੋੜ ਆਉਂਦਾ ਹੈ ਕਿ ਪਾਠਕ ਹੈ ਜਿਹੜਾ ਹੈਰਾਨ ਰਹਿ ਜਾਂਦਾ ਹੈ। Dear students, I'll give you the gist of the story. I'll not read the story word by word. From this part of your book, you will get short answer type questions and long answer type questions. Now in the beginning of the story, the writer is explaining Huey Erskine. The writer says that being wealthy is the most important part of one's life. If you are not wealthy but you are charming, that is of no use. ਤਾਂ ਕਹਾਣੀ ਦੇ ਸ਼ੁਰੂ 'ਚ ਲੇਖਕ ਕਹਿੰਦਾ ਹੈ ਕਿ ਅਮੀਰ ਹੋਣਾ ਅੱਜ ਕੱਲ੍ਹ ਕਾਫੀ ਜ਼ਰੂਰੀ ਹੋ ਗਿਆ ਹੈ। ਜੇ ਤੁਸੀਂ ਚੰਗੇ ਹੋ ਪਰ ਅਮੀਰ ਨਹੀਂ, ਤੁਹਾਡੀ ਜ਼ਿੰਦਗੀ ਦੇ ਫਾਇਦੇ ਘਟ ਜਾਂਦੇ ਹਨ। Next he says that romance is the privilege of the rich and people think that the person who is unemployed should not love anyone. ਅੱਗੇ ਉਹ ਕਹਿੰਦੇ ਹਨ ਕਿ ਸਭ ਨੂੰ ਇਹੀ ਲੱਗਦਾ ਹੈ ਕਿ ਜਿਹੜਾ ਇਨਸਾਨ ਕੁਝ ਕਮਾਉਂਦਾ ਹੈ ਉਸ ਨੂੰ ਹੀ ਜ਼ਿੰਦਗੀ ਦੇ ਵਿੱਚ ਪਿਆਰ ਜਾਂ ਵਿਆਹ ਕਰਨ ਦਾ ਹੱਕ ਹੈ, ਵਿਹਲੇ ਬੰਦੇ ਨੂੰ ਇਹ ਹੱਕ ਹਾਸਿਲ ਨਹੀਂ ਹਨ। Then he explains Huey. Huey, intellectually, we must admit he was not of much importance. ਸੋ ਹਿਊਈ ਦੇ ਬਾਰੇ ਲੇਖਕ ਪਹਿਲੀ ਗੱਲ ਕੀ ਕਰਦੇ ਹਨ ਕਿ ਹਿਊਈ ਦਿਮਾਗੀ ਤੌਰ 'ਤੇ ਕੋਈ ਬਹੁਤ ਵੱਡੇ ਮਾਰ ਕੇ ਮਾਰਨ ਵਾਲਾ ਇਨਸਾਨ ਨਹੀਂ ਹੈ। ਹੀ ਨੈਵਰ ਸੈਟ ਅ ਬ੍ਰਿਲੀਅੰਟ ਔਰ ਈਵਨ ਐਨ ਇਲ ਨੇਚਰਡ ਥਿੰਗ ਇਨ ਹਿਜ਼ ਲਾਈਫ। ਨਾ ਤਾਂ ਹਿਊਈ ਨੇ ਕਦੇ ਕੁਝ ਅਜਿਹਾ ਬੋਲਿਆ ਜੋ ਬਹੁਤ ਹੀ ਬ੍ਰਿਲੀਅੰਟ ਹੋਵੇ, ਬਹੁਤ ਹੀ ਇੰਟੈਲੀਜੈਂਟ ਲੋਕਾਂ ਵਾਲੀ ਗੱਲ ਹੋਵੇ, ਨਾ ਹੀ ਉਸਨੇ ਕਦੇ ਅਜਿਹਾ ਬੋਲਿਆ ਜੋ ਕਿ ਬਹੁਤ ਹੀ ਘਟੀਆ ਕਿਸਮ ਦੇ ਸੁਭਾਅ ਵਾਲੀ ਗੱਲ ਹੋਵੇ। यानी कि ह्यूई एक बहुत ही बैलेंस्ड पर्सनैलिटी है। बट देन ही वॉज वंडरफुली गुड लुकिंग विद हिज क्रिस्प ब्राउन हेयर, क्लियर कट प्रोफाइल एंड हिज ग्रे आइज़। सब तो खूबसूरत नोटिसेबल चीज़ की है ह्यूई अर्स्किन बारे लेखक कहता है कि वो बहुत ही देखने ਦੇ ਵਿੱਚ ਸ਼ਾਨਦਾਰ ਲੱਗਦਾ ਸੀ। ਉਸ ਦੇ ਵਾਲ ਬਹੁਤ ਹੀ ਵਧੀਆ ਸਨ, ਪੂਰੇ ਰੰਗ ਦੇ ਸਨ, ਚਿਹਰਾ ਮੋਹਰਾ ਬਹੁਤ ਹੀ ਖੂਬਸੂਰਤ ਸੀ, ਅੱਖਾਂ ਗ੍ਰੇ ਸਨ। He was as popular with men as he was with women. ਸੋ ਸਾਰੇ ਆਦਮੀ ਤੇ ਔਰਤਾਂ ਉਸ ਨੂੰ ਬਹੁਤ ਪਸੰਦ ਕਰਦੇ ਸਨ। ਜਿੱਥੇ ਜਾਂਦਾ ਸੀ ਸਭ ਦੀਆਂ ਅੱਖਾਂ ਦਾ ਤਾਰਾ ਬਣ ਜਾਂਦਾ ਸੀ। Next, in a few lines, the writer explains that Huey was unemployed and he was not rich. He was poor. And he tried many works, but no work charmed him. And he left it. He was like a butterfly. He had tried everything, but everywhere he felt like a misfit. ਹਿਊਈ ਦੀ ਜ਼ਿੰਦਗੀ ਦਾ ਅਗਲਾ ਪੱਖ ਇਹ ਹੈ ਕਿ ਉਹ ਬੇਰੁਜ਼ਗਾਰ ਹੈ। ਨਾ ਹੀ ਉਸਦੇ ਕੋਲ ਕੋਈ ਪੁਸ਼ਤੈਨੀ ਜ਼ਮੀਨ ਜਾਇਦਾਦ ਹੈ, ਨਾ ਹੀ ਉਸਦੇ ਕੋਲ ਕੋਈ ਖਾਸ ਕੰਮਕਾਜ ਹੈ। ਇਹ ਨਹੀਂ ਕਿ ਹਿਊਈ ਨੇ ਕੰਮਕਾਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਬੜੀ ਕੋਸ਼ਿਸ਼ ਕੀਤੀ ਸੀ, ਪਰ ਉਸ ਦਾ ਕੰਮਕਾਜ ਚੱਲਿਆ ਨਹੀਂ। ਕਿਉਂ ਨਹੀਂ ਚੱਲਿਆ? ਕਿਉਂਕਿ ਕਿਸੇ ਵੀ ਕੰਮ 'ਚ ਉਸਦਾ ਜੀਅ ਨਹੀਂ ਸੀ ਲੱਗਦਾ।
ਉਹਦਾ ਸੁਭਾਅ ਤਿਤਲੀ ਵਰਗਾ ਸੀ, ਚੰਚਲ, ਤੇ ਕੰਮ ਹੁੰਦੇ ਆ ਬੋਰਿੰਗ ਤੇ ਡਲ, ਇਸ ਲਈ ਉਹ ਹਰ ਕੰਮ ਛੱਡ ਦਿੰਦਾ ਸੀ। ਟੂ ਮੇਕ ਮੈਟਰਸ ਵਰਸ ਹੀ ਵਾਜ਼ ਇਨ ਲਵ। ਇਸ ਤੋਂ ਵੀ ਜ਼ਿਆਦਾ ਮਾੜੀ ਗੱਲ ਇਹ ਹੋ ਗਈ ਕਿ ਉਸਨੂੰ ਪਿਆਰ ਸੀ। ਦ ਗਰਲ ਹੀ ਲਵਡ ਵਾਜ਼ ਲੌਰਾ ਮਰਟਨ। ਕਿਸ ਦੇ ਨਾਲ ਉਸਦਾ ਪਿਆਰ ਸੀ? ਲੌਰਾ ਮਰਟਨ ਨਾਲ। ਦ ਡਾਟਰ ਆਫ ਅ ਰਿਟਾਇਰਡ ਕਰਨਲ who lost his temper and his digestion in India। ਹੁਣ ਲਾਰਾ ਮਰਟਨ ਦੇ ਪਿਤਾ ਜੀ ਇੱਕ ਰਿਟਾਇਰਡ ਕਰਨਲ ਸਨ ਆਰਮੀ 'ਚੋਂ। ਉਹਨਾਂ ਨੇ ਭਾਰਤ ਦੇ ਵਿੱਚ ਸਾਰੀ ਜੌਬ ਕੀਤੀ ਸੀ। ਸੋ ਉਹ ਬੜੇ ਸ਼ਾਰਟ ਟੈਂਪਰਡ ਹੋ ਚੁੱਕੇ ਸਨ। ਉਹਨਾਂ ਦਾ ਸੁਭਾਅ ਬੜਾ ਗਰਮ ਸੀ। ਲੌਰਾ ਅਡੋਰਡ ਹਿਮ ਐਂਡ ਹੀ was ready to kiss her shoestrings। ਲਾਰਾ ਹਿਊਈ ਨੂੰ ਬੜਾ ਪਸੰਦ ਕਰਦੀ ਸੀ ਤੇ ਹਿਊਈ ਲੌਰਾ ਨੂੰ ਹਰ ਹੱਦ ਤੱਕ ਪਸੰਦ ਕਰਦਾ ਸੀ। ਹੁਣ ਸਵਾਲ ਉੱਠਦਾ ਹੈ ਕਿ ਕੀ ਲੌਰਾ ਦੇ ਪਿਤਾ ਜੀ ਨੂੰ ਹਿਊਈ ਪਸੰਦ ਸੀ? ਦ ਕਰਨਲ ਵਾਜ਼ ਵੈਰੀ ਫੌਂਡ ਆਫ ਹਿਊਈ ਬਟ ਵੁੱਡ ਨਾਟ ਹੀਅਰ ਆਫ ਐਨੀ ਇੰਗੇਜਮੈਂਟ। ਹੁਣ ਕਹਿੰਦੇ ਕਿ ਕਰਨਲ ਸਾਹਿਬ ਨੂੰ ਹਿਊਈ ਪਸੰਦ ਤਾਂ ਬਹੁਤ ਸੀ, ਪਰ ਕਰਨਲ ਸਾਹਿਬ ਉਹਨਾਂ ਦੀ ਮੰਗਣੀ ਕਰਾਉਣ ਦੇ ਹੱਕ 'ਚ ਨਹੀਂ ਸਨ। ਕੀ ਕਹਿੰਦੇ ਸੀ? Come to me, my boy, when you have got 10,000 pounds of your own, and we'll see about it। ਉਹ ਹਿਊਈ ਨੂੰ ਕਹਿੰਦੇ ਹੁੰਦੇ ਸੀ, ਬੱਚੇ ਆਪਣੇ ਆਪ ਆਪਣੇ ਕਮਾਏ ਹੋਏ 10,000 ਪਾਊਂਡ ਲੈ ਕੇ ਆ। ਤੇਰੇ ਕੋਲ ਤੇਰੇ ਆਪਣੇ 10,000 ਪਾਊਂਡ ਹੋਣਗੇ ਤਾਂ ਮੈਂ ਤੇਰਾ ਵਿਆਹ ਲੌਰਾ ਨਾਲ ਕਰ ਦੂੰਗਾ, ਨਹੀਂ ਤਾਂ ਭੁੱਲ ਜਾ। So Huey जो है, he was constantly worried about this aspect, but he was not doing any work right now। Huey ਨੂੰ ਫਿਕਰ ਬਹੁਤ ਰਹਿੰਦੀ ਸੀ ਕਿ ਕਿੱਥੋਂ ਪੈਸੇ ਅਰੇਂਜ ਕਰਾਂ, ਕਿਵੇਂ ਵਿਆਹ ਹੋਏਗਾ, ਲੇਕਿਨ ਕੰਮ ਉਹ ਕੋਈ ਵੀ ਨਹੀਂ ਸੀ ਕਰ ਰਿਹਾ। Huey had a best friend, his name was Alan Trevor। Alan Trevor was a painter। He was a master of his art and his pictures were eagerly sought after। He had been very much attracted by Huey at first, it must be acknowledged, entirely on account of his personal charm। ਸੋ ਜੋ ਐਲਨ ਟਰੈਵਰ ਸੀ ਉਹ ਵਧੀਆ ਪੇਂਟਰ ਸੀ, ਉਹਦਾ ਕੰਮ ਬਹੁਤ ਵਧੀਆ ਚੱਲਦਾ ਸੀ। ਲੋਕ ਉਹਦੀਆਂ ਤਸਵੀਰਾਂ ਦਾ ਉਤਸੁਕਤਾ ਨਾਲ ਇੰਤਜ਼ਾਰ ਕਰਦੇ ਸੀ, ਉਹ ਤੋਂ ਤਸਵੀਰਾਂ ਬਣਾਉਂਦੇ ਸੀ, ਤਾਂ ਉਹਦਾ ਬੜਾ ਨਾਮ ਸੀ। ਸਭ ਤੋਂ ਪਹਿਲਾਂ ਹਿਊਈ ਨੇ ਉਹਨੂੰ ਆਕਰਸ਼ਿਤ ਕੀਤਾ ਆਪਣੇ ਗੁਣਾਂ ਨਾਲ, ਯਾਨੀ ਕਿ ਹਿਊਈ ਦੇ ਅੰਦਰ ਜੋ ਪਰਸਨੈਲਿਟੀ ਦੇ ਵਿੱਚ ਇੱਕ ਚਾਰਮ ਸੀ ਉਸ ਦੇ ਨਾਲ ਉਸਨੂੰ ਹਿਊਈ ਬੜਾ ਪਸੰਦ ਆਇਆ। ਦ ਓਨਲੀ ਪੀਪਲ ਅ ਪੇਂਟਰ ਸ਼ੁੱਡ ਨੋ ਆਰ ਪੀਪਲ ਹੂ ਆਰ ਬਿਊਟੀਫੁਲ, ਪੀਪਲ ਹੂ ਆਰ ਐਨ ਆਰਟਿਸਟਿਕ ਪਲੈਜ਼ਰ ਟੂ ਲੁੱਕ ਐਟ ਐਂਡ ਐਨ ਇੰਟੈਲੈਕਚੁਅਲ ਰੀਪੋਜ਼ ਟੂ ਟਾਕ ਟੂ। ਐਲਨ ਟਰੈਵਰ ਇਹ ਸੋਚਦਾ ਸੀ ਕਿ ਇਹ ਗੱਲ ਉਹ ਦੂਜਿਆਂ ਨਾਲ ਸਾਂਝੀ ਵੀ ਕਰਦਾ ਸੀ ਕਿ ਇੱਕ ਪੇਂਟਰ ਨੂੰ ਹਮੇਸ਼ਾ ਅਜਿਹੇ ਲੋਕਾਂ ਨਾਲ ਜੁੜਨਾ ਚਾਹੀਦਾ ਹੈ ਜੋ ਖੂਬਸੂਰਤ ਹੋਣ, ਨਾ ਸਿਰਫ ਦੇਖਣ 'ਚ ਬਲਕਿ ਮਨ ਤੋਂ ਵੀ ਖੂਬਸੂਰਤ ਹੋਣ। ਅਜਿਹੇ ਲੋਕਾਂ ਨੂੰ ਵੇਖ ਕੇ ਆਲੇ ਦੁਆਲੇ ਕੰਮ ਕਰਨ ਦੇ ਵਿੱਚ ਮਨ ਲੱਗਦਾ ਹੈ ਅਤੇ ਕਲਾਤਮਕ ਖੁਸ਼ੀ ਮਿਲਦੀ ਹੈ ਅਤੇ ਬੌਧਿਕ ਪੱਧਰ 'ਤੇ ਵੀ ਜ਼ਿਆਦਾ ਵਧੀਆ ਆਈਡੀਆਜ਼ ਆਉਂਦੇ ਹਨ। Men who are dandies and women who are darlings rule the world, at least they should do so। ਸੋ ਇੱਕ ਪੇਂਟਰ ਦਾ ਜਿਹੜਾ ਹੁੰਦਾ ਉਹਦੀ ਐਸਥੈਟਿਕ ਸੈਂਸ ਬਹੁਤ ਹਾਈ ਹੁੰਦੀ ਹੈ। ਪੇਂਟਰ ਦੀ ਸੁੰਦਰਤਾ ਬੋਧ ਜਿਹੜਾ ਹੈ ਉਹ ਬਹੁਤ ਜ਼ਿਆਦਾ ਹੁੰਦਾ ਹੈ। ਸੋ ਇਸ ਪੇਂਟਰ ਦਾ, ਐਲਨ ਟਰੈਵਰ ਦਾ ਮੰਨਣਾ ਇਹ ਸੀ ਕਿ ਜੋ ਆਦਮੀ ਅਤੇ ਔਰਤਾਂ ਬੜੇ ਸੁੰਦਰ, ਖੂਬਸੂਰਤ, ਸਮਾਰਟ ਹੁੰਦੇ ਹਨ, ਉਹੀ ਅਸਲ ਦੇ ਵਿੱਚ ਵਿਸ਼ਵ 'ਤੇ ਰਾਜ ਕਰਦੇ ਹਨ। And according to a psychological study, it is said that people who are beautiful, they always get advantage of this thing। ਮਨੋਵਿਗਿਆਨ ਵੀ ਇਹ ਮੰਨਦਾ ਹੈ ਕਿ ਸੁੰਦਰ ਅਤੇ ਸਮਾਰਟ ਲੋਕਾਂ ਨੂੰ ਜ਼ਿਆਦਾ ਤਵੱਜੋ ਅਤੇ ਜ਼ਿਆਦਾ ਮੌਕੇ ਮਿਲਦੇ ਹਨ। The same was the opinion of this painter। Now one day, Huey went to his studio and he had given a free pass to Huey। Anytime Huey could go to his studio। Huey ਉਹਨੂੰ ਇੰਨਾ ਪਸੰਦ ਸੀ ਕਿ ਉਹਨੇ Huey ਨੂੰ ਮਤਲਬ ਫੁੱਲ ਟਾਈਮ ਪਾਸ ਦੇ ਰੱਖਿਆ ਸੀ ਕਿ ਤੂੰ ਮੇਰੇ ਕਿਸੇ ਵੀ ਟਾਈਮ ਮੇਰੇ ਸਟੂਡੀਓ ਆ ਸਕਦਾ ਹੈ, ਜਾ ਸਕਦਾ, ਕੋਈ ਰੋਕ ਟੋਕ ਨਹੀਂ, ਕੋਈ ਪੁੱਛਣ ਦੀ ਜ਼ਰੂਰਤ ਨਹੀਂ। ਔਰ Huey ਜਿਹੜਾ ਸੀ ਇੱਕ ਦਿਨ ਐਵੇਂ ਹੀ ਉਸਦੇ ਹੋਸਟਲ ਚਲਾ ਗਿਆ, ਉਹ ਹੋਸਟਲ ਕਹਿ ਗਈ, ਸਟੂਡੀਓ ਚਲਾ ਗਿਆ
ਉੱਥੇ ਜਾ ਕੇ ਉਹਨੇ ਕੁਛ ਦੇਖਿਆ। He saw an old man with a face like wrinkled parchment and a most piteous expression। ਤਾਂ ਹਿਊਈ ਉਸ ਦਿਨ ਇੱਕ ਅਜਿਹੇ ਆਦਮੀ ਦੀ ਤਸਵੀਰ ਬਣਾ ਰਿਹਾ ਸੀ ਜੋ ਕਿ ਬੜਾ ਬੁੱਢਾ ਸੀ, ਉਹਦੇ ਚਿਹਰੇ 'ਤੇ ਬੜੀਆਂ ਝੁਰੜੀਆਂ ਸੀ ਔਰ ਬੜਾ ਚਿਹਰੇ ਨੂੰ ਦੇਖ ਕੇ ਦਇਆ ਆ ਰਹੀ ਸੀ। ਓਵਰ ਦ ਸ਼ੋਲਡਰ ਵਾਸ ਫਲੰਗ ਅ ਕੋਰਸ ਬਰਾਊਨ ਕਲੋਕ। ਤਾਂ ਉਹਨੇ ਇੱਕ ਬੜਾ ਕੋਰਸ ਜਿਹਾ ਰਫ ਜਿਹੇ ਕੱਪੜੇ ਦਾ ਬਰਾਊਨ ਰੰਗ ਦਾ ਇੱਕ ਚੋਗਾ ਜਿਹਾ ਲੰਬਾ ਜਿਹਾ ਪਾਇਆ ਹੋਇਆ ਸੀ। ਆਲ tears and tatters, his thick boots were patched and cobbled। ਉਸ ਦੇ ਵੱਡੇ ਵੱਡੇ ਭਾਰੇ ਬੂਟ ਫਟੇ ਹੋਏ ਸੀ ਅਤੇ ਸਿਉਂਤੇ ਹੋਏ ਸੀ। ਐਂਡ ਵਿਦ ਵਨ ਹੈਂਡ he leant on a rough stick, while with the other he held out his battered hat for alms। ਤਾਂ ਉਸਨੇ ਕੀ ਕੀਤਾ, ਦੇਖਿਆ ਕਿ ਉਸਨੇ ਇੱਕ ਵਿਚਾਰੇ ਨੇ ਰਫ ਜਿਹੀ ਸੋਟੀ ਫੜੀ ਹੋਈ ਹੈ, ਉਸ ਦੇ ਉੱਤੇ ਆਪਣੇ ਭਾਰ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਦੂਜੇ ਹੱਥ ਦੇ ਨਾਲ ਉਸਨੇ ਇੱਕ ਹੈਟ ਫੜਿਆ ਹੋਇਆ ਹੈ ਜਿਸ 'ਚ ਕਿ ਉਹ ਭੀਖ ਜਿਹੜੀ ਹੈ ਉਹ ਲੈਣਾ ਚਾਹੁੰਦਾ ਹੈ। What an amazing model, whispered Huey as he shook hands with his friend। ਜਦੋਂ ਹੀ ਉਹ ਐਲਨ ਟਰੈਵਰ ਨਾਲ ਹੱਥ ਮਿਲਾਉਂਦਾ ਹੈ ਤਾਂ ਉਹ ਕਹਿੰਦਾ ਹੈ ਕਿ ਕਿੰਨਾ ਸ਼ਾਨਦਾਰ ਮਾਡਲ ਹੈ। An amazing model, shouted Trevor at the top of his voice। I should think such beggars as he not to be met with every day। A discovery, my friend, a living Velasquez, my stars, what an etching Rembrandt would have made of him। ਤਾਂ ਹਿਊਈ ਕਹਿੰਦਾ ਹੈ ਸਿਰਫ ਅਮੇਜ਼ਿੰਗ ਮਾਡਲ, ਇਹੋ ਜਿਹੇ ਲੋਕ ਤਾਂ ਕਦੇ ਕਦੇ ਦੇਖਣ ਨੂੰ ਮਿਲਦੇ ਹਨ, ਹਰ ਰੋਜ਼ ਨਹੀਂ ਮਿਲਦੇ। ਇਹ ਤਾਂ ਮੇਰੀ ਇੱਕ ਖੋਜ ਹੈ, ਮੇਰੀ ਇੱਕ ਡਿਸਕਵਰੀ ਹੈ ਮੇਰੇ ਦੋਸਤ। ਵੈਲਕੁਇਜ਼ ਦੀ ਤਰ੍ਹਾਂ, ਰੈਮਬਰੈਂਡ ਦੀ ਤਰ੍ਹਾਂ। ਇਹ ਕੌਣ ਨੇ? ਇਹ ਬਹੁਤ ਮਸ਼ਹੂਰ ਪੇਂਟਰਸ ਨੇ। ਸੋ ਕਹਿੰਦਾ ਕਿ ਇਹ ਕੋਈ ਮਾਮੂਲੀ ਮਾਡਲ ਨਹੀਂ ਹੈ। ਲੇਕਿਨ ਹਿਊਈ ਨੂੰ ਉਸ 'ਤੇ ਦਇਆ ਆ ਰਹੀ ਹੈ। ਪੂਅਰ ਓਲਡ ਚੈਪ, ਹਾਊ ਮਿਜ਼ਰੇਬਲ ਹੀ ਲੁਕਸ। ਦੈਨ ਹੀ ਟੈਲਸ ਟਰੈਵਰ that you people are very heartless। You will paint him and you will earn a lot of money, but you give only a shilling for an hour to him। ਤਾਂ ਹਿਊਈ ਨੂੰ ਇੰਨੀ ਜ਼ਿਆਦਾ ਉੱਤੇ ਤਰਸ ਆਈ ਜਾਂਦੀ ਹੈ, ਉਹ ਕਹੀ ਜਾਂਦਾ ਹੈ ਕਿ ਤੁਸੀਂ ਲੋਕ ਕਿੰਨੇ ਕੁ ਪੱਥਰ ਦੀ ਲੋ, ਇਸ ਮਾਡਲ ਨੂੰ ਤੂੰ ਕੀ ਦੇਂਗਾ, 1 ਘੰਟੇ ਦਾ 1 ਸ਼ਿਲਿੰਗ ਦੇਂਗਾ, ਜਦੋਂ ਕਿ ਤੂੰ 2000 ਤੱਕ ਕਮਾ ਲਏਗਾ, 2000 ਗਿਨੀਜ਼ ਤੂੰ ਕਮਾ ਲਏਗਾ ਜਾਂ ਪਾਊਂਡਸ ਕਮਾ ਲਏਗਾ। ਤਾਂ ਐਲਨ ਟਰੈਵਰ ਕਹਿੰਦਾ ਕਿ ਨਹੀਂ, ਪਾਊਂਡਸ ਤਾਂ ਨਹੀਂ ਕਮਾਊਂਗਾ, ਮੈਂ ਗਿਨੀਜ਼ ਜ਼ਰੂਰ ਕਮਾ ਲੂੰਗਾ, ਕਿਉਂਕਿ ਸਾਡੇ ਵਰਗੇ ਪੇਂਟਰਸ ਹੋ ਗਏ, ਕਵੀ ਹੋ ਗਏ, ਡਾਕਟਰਸ ਹੋ ਗਏ, ਸਾਨੂੰ ਤਾਂ ਗਿਨੀਜ਼ ਹੀ ਮਿਲਦੇ ਆ। ਗਿਨੀ ਛੋਟੀ ਕਰੰਸੀ ਆ, ਪਾਊਂਡ ਵੱਡੀ ਕਰੰਸੀ ਹੈ। ਵੈਲ ਆਈ ਥਿੰਕ ਦ ਮਾਡਲ ਸ਼ੁੱਡ ਹੈਵ ਅ ਪਰਸੈਂਟੇਜ। ਫਿਰ ਹਿਊਈ ਇਸ ਗੱਲ ਦਾ ਦੁੱਖ ਕਰਦਾ ਕਿ ਇਹ ਗਰੀਬ ਹੈ, ਇਸ ਨੂੰ ਕੁਛ ਨਾ ਕੁਛ ਜ਼ਰੂਰ ਮਿਲਣਾ ਚਾਹੀਦਾ ਹੈ। After some time the servant came in and told Huey that frame maker wanted to speak to him। Don't run away, Huey, he said as he went out। I will be back in a moment। ਤਾਂ ਐਲਨ ਟਰੈਵਰ ਨੂੰ ਆ ਕੇ ਉਸਦਾ ਸਰਵੈਂਟ ਕਹਿੰਦਾ ਹੈ ਕਿ ਨੀਚੇ ਤੁਹਾਨੂੰ ਫਰੇਮ ਮੇਕਰ ਮਿਲਣ ਆਇਆ ਹੈ। ਤਾਂ ਹਿਊਈ ਨੂੰ ਐਲਨ ਟਰੈਵਰ ਕਹਿੰਦਾ ਹੈ ਕਿ ਹਿਊਈ ਭੱਜ ਨਾ ਜਾਈਂ, ਮੈਂ ਥੋੜ੍ਹੀ ਦੇਰ 'ਚ ਹੀ ਵਾਪਸ ਆ ਰਿਹਾ। ਨਾਓ ਇਜ਼ ਦ ਮੂਮੈਂਟ that is quite important in the story। ਹੁਣ ਉਹ ਸਮਾਂ ਹੈ ਜੋ ਇਸ ਕਹਾਣੀ 'ਚ ਬੜਾ ਮਹੱਤਵਪੂਰਨ ਹੈ। The old beggar took advantage of Trevor's absence to rest for a moment। ਜਦੋਂ ਹੀ ਟਰੈਵਰ ਥੱਲੇ ਜਾਂਦਾ ਹੈ ਤਾਂ ਉਹ ਵਿਚਾਰਾ ਬੁੱਢਾ ਭਿਖਾਰੀ ਉੱਥੇ ਇੱਕ ਲੱਕੜ ਦਾ ਬੈਂਚ ਬਣਿਆ, ਉਸ 'ਤੇ ਬੈਠ ਕੇ ਥੋੜ੍ਹਾ ਆਰਾਮ ਕਰਨ ਲੱਗ ਜਾਂਦਾ ਹੈ। He looked so forlorn and wretched that Huey could not help pitying him। ਉਹ ਇੰਨਾ ਜ਼ਿਆਦਾ ਬੁੱਢਾ ਅਤੇ ਇੰਨਾ ਜ਼ਿਆਦਾ ਮਤਲਬ ਫਟੇ ਹਾਲ ਸੀ ਕਿ ਹਿਊਈ ਰੁਕ ਹੀ ਨਹੀਂ ਸਕਿਆ, ਉਹਨੂੰ ਬੜਾ ਤਰਸ ਆਉਂਦਾ ਰਿਹਾ ਉਸ 'ਤੇ। All he could find was a sovereign and some coppers। ਉਸਨੇ ਆਪਣੀ ਜੇਬ ਟਟੋਲੀ, ਉਸ ਦੀ ਜੇਬ 'ਚ ਕੁਝ ਸਿੱਕੇ ਸੀ ਛੋਟੇ ਮੋਟੇ। Poor old fellow, he thought to himself, he wants it more than I do, but it means no ransom for a fortnight। And he walked across the studio and slipped the sovereign into the beggar's hand। ਹੁਣ ਉਹ ਆਪਣੇ 2-3 ਸਿੱਕੇ ਕੱਢ ਕੇ ਸੋਚਦਾ ਹੈ ਕਿ ਵਿਚਾਰਾ ਭਿਖਾਰੀ, ਇਸ ਨੂੰ ਮੇਰੇ ਤੋਂ ਜ਼ਿਆਦਾ ਇਹਦੀ ਜ਼ਰੂਰਤ ਹੈ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਿਊਈ ਬੇਰੁਜ਼ਗਾਰ ਹੈ, ਉਹਦੇ ਕੋਲ ਜ਼ਿਆਦਾ ਪੈਸੇ ਨਹੀਂ, ਕੁਝ ਸਿੱਕੇ ਹੁੰਦੇ ਆ ਅਤੇ ਉਹ ਇੱਕ ਸੋਵਰਨ ਜਿਹੜਾ ਹੈ ਉਹ ਉਹਦੇ ਹੱਥ 'ਤੇ ਰੱਖ ਦਿੰਦਾ। ਇਹਦਾ ਮਤਲਬ ਕੀ ਹੁੰਦਾ ਹੈ
ਕਿ ਹੁਣ 15 ਦਿਨ ਤੱਕ ਉਹਨੇ ਜਿੱਥੇ ਵੀ ਆਉਣਾ ਜਾਣਾ ਉਸ ਨੂੰ ਕਿਵੇਂ ਜਾਣਾ ਪਊਗਾ, ਪੈਦਲ ਜਾਣਾ ਪਊਗਾ। ਹੈਂਡਸਮ ਮਤਲਬ ਬੱਗੀ ਦੇ ਹੁਣ ਉਹ ਪੈਸੇ ਨਹੀਂ ਦੇ ਸਕੂਗਾ, ਕਿਉਂਕਿ ਜਿੰਨੀ ਦੇਰ ਤੱਕ ਉਸ ਨੂੰ ਉਸ ਦੀ ਆਂਟੀ ਵੱਲੋਂ ਭੇਜੇ ਨੈਕਸਟ ਇੰਸਟਾਲਮੈਂਟ ਨਹੀਂ ਆਊਗੀ ਉਨੀ ਦੇਰ ਤੱਕ ਉਹ ਪੈਦਲ ਤੁਰੂਗਾ ਫਿਰੂਗਾ। The old man startled and a faint smile flitted across the withered lips. Thank you, sir, he said. Thank you. ਉਹ ਬੁੱਢਾ ਆਦਮੀ ਇੱਕਦਮ ਸਤਬਦ ਰਹਿ ਗਿਆ ਕਿ ਇਹਨੇ ਮੈਨੂੰ ਭੀਖ ਦਿੱਤੀ, ਕਿੰਨਾ ਦਿਆਲੂ ਇਨਸਾਨ ਹੈ। ਉਸ ਦੇ ਚਿਹਰੇ 'ਤੇ ਉਸ ਦੇ ਫਟੇ ਹੋਏ ਬੁੱਲ੍ਹਾਂ 'ਤੇ ਇੱਕ ਹਲਕੀ ਜਿਹੀ ਮੁਸਕਰਾਹਟ ਆ ਗਈ ਔਰ ਉਸਨੇ ਕਿਹਾ, ਸ਼ੁਕਰੀਆ ਸ਼੍ਰੀਮਾਨ, ਸ਼ੁਕਰੀਆ। Then Trevor arrived and Huey took his leave. ਇੰਨੀ ਦੇਰ 'ਚ ਟਰੈਵਰ ਵਾਪਸ ਆਇਆ, Huey ਉੱਥੋਂ ਚਲਾ ਗਿਆ। Then Huey was scolded by Laura for his extravagance. ਉੱਥੋਂ ਜਾ ਕੇ Huey Laura ਨੂੰ ਮਿਲਦਾ, ਉਹਨੂੰ ਦੱਸਦਾ ਹੈ ਕਿ ਮੈਂ ਇਸ ਤਰ੍ਹਾਂ ਕਰਕੇ ਭਿਖਾਰੀ ਨੂੰ ਭੀਖ ਦੇ ਆਇਆ ਅਤੇ ਮੈਂ ਪੈਦਲ ਆਇਆ, ਅਤੇ ਲੋਰਾ ਉਸਨੂੰ ਪਿਆਰ ਨਾਲ ਡਾਂਟਦੀ ਹੈ ਕਿ ਤੂੰ ਇਸ ਤਰ੍ਹਾਂ ਦੀਆਂ ਫਿਜ਼ੂਲ ਖਰਚੀਆਂ ਨਾ ਕਰ, ਪਹਿਲੇ ਹੀ ਆਪਾਂ ਇੱਕ ਪੈਸਾ ਜੋੜ ਰਹੇ ਹਾਂ ਕਿਸ ਤਰ੍ਹਾਂ ਮੈਰਿਜ ਲਈ। ਉਸ ਰਾਤ ਕੀ ਹੁੰਦਾ, ਐਟ ਦ ਪੈਲੇਸ ਕਲੱਬ ਐਟ 11 o'clock ਕਲੱਬ ਦੇ ਉੱਤੇ ਟਰੈਵਰ ਇੱਕ ਵਾਰ ਫੇਰ ਮਿਲਦਾ ਹਿਊਈ ਨੂੰ। ਸੋ ਉੱਥੇ ਜਦੋਂ ਉਹ ਮਿਲਦੇ ਨੇ ਤਾਂ ਵੈਲ ਐਲਨ ਡਿਡ ਯੂ ਗੈਟ ਦ ਪਿਕਚਰ ਫਿਨਿਸ਼ਡ ਆਲ ਰਾਈਟ, ਹੀ ਸੈਡ। ਉਹ ਪੁੱਛਦਾ ਕਿ ਐਲਨ ਤੇਰੀ ਤਸਵੀਰ ਵਧੀਆ ਬਣ ਗਈ, ਤਾਂ ਐਲਨ ਕੀ ਕਹਿੰਦਾ, ਫਿਨਿਸ਼ਡ ਐਂਡ ਫਰੇਮਡ ਮਾਈ ਬੋਏ। ਸਿਰਫ ਪੂਰੀ ਨਹੀਂ ਹੋਈ ਬਲਕਿ ਮੈਂ ਤਾਂ ਫਰੇਮ ਵੀ ਕਰਤੀ। ਦ ਓਲਡ ਮੈਨ ਯੂ ਸੋ ਇਜ਼ ਕੁਆਇਟ ਡਿਵੋਟਿਡ ਟੂ ਯੂ। ਉਹ ਕਹਿੰਦਾ ਕਿ ਯੂ ਹੈਵ ਮੇਡ ਅ ਕੌਂਕੁਐਸਟ, ਤੂੰ ਕੋਈ ਮੈਨੂੰ ਤਾਂ ਉੱਥੇ ਜਿੱਤ ਪ੍ਰਾਪਤ ਕਰ ਲਈ ਲੱਗਦੀ ਹੈ, ਕਿਉਂਕਿ ਓਲਡ ਮਾਡਲ ਤੇਰੇ ਬਾਰੇ ਹੀ ਪੁੱਛੀ ਜਾ ਰਿਹਾ ਸੀ। ਆਈ ਹੈਡ ਟੂ ਟੈਲ ਹਿਮ ਆਲ ਅਬਾਊਟ ਯੂ, who are you, where you live, what your income is, what prospects you have। ਉਹ ਇੰਨਾ ਤੇਰੇ ਬਾਰੇ ਪੁੱਛ ਰਿਹਾ ਸੀ ਕਿ ਮੈਨੂੰ ਸਭ ਕੁਝ ਹੀ ਦੱਸਣਾ ਪਿਆ, ਤੂੰ ਕੌਣ ਹੈ, ਕਿੱਥੇ ਰਹਿੰਦਾ, ਕਿੰਨੇ ਪੈਸੇ ਕਮਾਉਣਾ ਹੈ, ਅਤੇ ਤੂੰ ਕੀ ਕਰਨਾ ਚਾਹੁੰਦਾ ਅੱਗੇ ਲਾਈਫ 'ਚ, ਕੀ ਕੰਮ ਕਰ ਰਿਹਾ ਇਸ ਟਾਈਮ। ਇਸ ਗੱਲ ਦੇ ਉੱਤੇ ਹਿਊਈ ਇੱਕਦਮ ਪਰੇਸ਼ਾਨ ਹੋ ਜਾਂਦਾ ਹੈ ਕਿ ਤੂੰ ਮੇਰੀਆਂ ਇੰਨੀਆਂ ਪਰਸਨਲ ਗੱਲਾਂ ਕਿਉਂ ਦੱਸੀਆਂ। I shall probably find him waiting for me when I go home। ਕਿਤੇ ਇਹ ਤਾਂ ਨਹੀਂ ਹੈਗਾ ਜਦੋਂ ਮੈਂ ਘਰ ਜਾਵਾਂ ਮੇਰੇ ਘਰ ਦੇ ਬਾਹਰ ਹੀ ਖੜ੍ਹਾ ਹੋਵੇ। ਤਾਂ ਉਹ ਇਸ ਤਰ੍ਹਾਂ ਹਾਸਾ ਮਜ਼ਾਕ ਕਰਦੇ ਨੇ ਅਤੇ ਉਹ ਫਿਰ ਉਸ 'ਤੇ ਇੱਕ ਤਰਸ ਖਾਂਦਾ ਹੈ। ਉਸਨੂੰ ਕਹਿੰਦਾ ਹੈ ਕਿ ਮੇਰੇ ਘਰ ਦੇ ਵਿੱਚ ਨਾ ਆਈ ਹੈਵ ਗੋਟ ਹੀਪਸ ਆਫ ਓਲਡ ਕਲੋਥਸ ਐਟ ਹੋਮ, ਮੇਰੇ ਘਰ ਦੇ ਵਿੱਚ ਨਾ ਬੜੇ ਪੁਰਾਣੇ ਕੱਪੜਿਆਂ ਦਾ ਢੇਰ ਲੱਗਿਆ ਪਿਆ। ਕੈਨ ਆਈ ਗਿਵ ਇਟ ਟੂ ਦੈਟ ਬੈਗਰ, ਬਟ ਹੀ ਲੁਕਡ ਸਪਲੈਂਡਡ ਇਨ ਦੈਮ, ਸੈਡ ਟਰੈਵਰ। ਉਹ ਕਹਿੰਦਾ ਹੈ, ਜਦੋਂ ਹਿਊਈ ਕਹਿੰਦਾ ਨਾ ਕਿ ਉਹਦੇ ਕੱਪੜੇ ਫਟੇ ਹੋਏ ਸੀ, ਫਟੇ ਹੋਏ ਕੱਪੜੇ ਦੇਖ ਕੇ ਮੈਂ ਤਕਲੀਫ 'ਚ ਹੋ ਰਿਹਾ ਸੀ, ਮੈਂ ਆਪਣੇ ਪੁਰਾਣੇ ਕੱਪੜੇ ਦੇ ਦਾਂ, ਪਰ ਟਰੈਵਰ ਕੀ ਕਹਿੰਦਾ ਹੈ ਕਿ ਨਹੀਂ, ਉਹ ਤਾਂ ਬੜਾ ਸ਼ਾਨਦਾਰ ਲੱਗ ਰਿਹਾ ਸੀ, ਸਪਲੈਂਡਡ ਲੱਗ ਰਿਹਾ ਸੀ ਉਹ 'ਚ। ਤਾਂ ਮੈਂ ਅਗਰ ਉਸਨੂੰ ਬਹੁਤ ਵਧੀਆ ਸ਼ਾਨਦਾਰ ਕੱਪੜੇ ਪਹਿਨਾ ਦੂੰਗਾ ਫਿਰ ਉਹ ਬੈਗਰ ਕਿਵੇਂ ਲੱਗੂਗਾ। ਐਲਨ ਸੈਡ ਹੀ ਸੀਰੀਅਸਲੀ, ਯੂ ਪੇਂਟਰਸ ਆਰ ਅ ਹਾਰਟਲੈਸ ਲੋਟ। ਤਾਂ ਕਹਿੰਦਾ ਕਿ ਐਲਨ ਤੂੰ ਕਿੰਨਾ ਕੁ ਪੱਥਰ ਦਿਲ ਇਨਸਾਨ ਹੈ, ਤੁਸੀਂ ਪੇਂਟਰ ਲੋਕ ਤਾਂ ਬਿਲਕੁਲ ਹੀ ਪੱਥਰ ਦਿਲ ਹੁੰਦੇ ਹੋ। ਤੈਨੂੰ ਆਪਣੀ ਤਸਵੀਰ ਦੀ ਪਈ ਹੈ, ਉਹਦੀ ਲੁੱਕ ਦੀ ਪਈ ਹੈ, ਮੈਂ ਉਹਨੂੰ ਉਹਦੇ ਚੱਜ ਦੇ ਕੱਪੜੇ ਦੇਣਾ ਜਾਣਾ, ਤੂੰ ਦੇਣ ਨਹੀਂ ਦੇ ਰਿਹਾ। An artist's heart is his head, replied Trevor। Trevor ਕਹਿੰਦਾ ਇੱਕ ਕਲਾਕਾਰ ਤਾਂ ਦਿਲ ਹੀ ਉਸਦਾ ਦਿਮਾਗ ਹੁੰਦਾ ਹੈ। Our business is to realize the world as we see it, not to reform it as we know it। ਅਸੀਂ ਤਾਂ ਪੇਂਟਰ ਲੋਕ ਹਾਂ, ਜਿਵੇਂ ਦਾ ਸੰਸਾਰ ਦਿਖਦਾ ਉਵੇਂ ਦਾ ਪੇਂਟ ਕਰ ਦਿੰਦੇ ਹਾਂ। ਇਸ ਸੰਸਾਰ ਨੂੰ ਠੀਕ ਕਰਨਾ, ਰਿਫੋਰਮ ਕਰਨਾ ਜਾਂ ਠੀਕ ਕਰਕੇ ਪੇਂਟ ਕਰਨਾ, ਇਹ ਤਾਂ ਸਾਡਾ ਕੰਮ ਨਹੀਂ ਨਾ ਹੈ। ਅਸੀਂ ਤਾਂ ਸੱਚਾਈ ਪੇਂਟ ਕਰਨੀ ਹੈ। ਐਵਰੀ ਮੈਨ ਟੂ ਹਿਸ ਟ੍ਰੇਡ, ਸਾਰੇ ਲੋਕ ਆਪਣਾ ਆਪਣਾ ਕੰਮ ਕਰਦੇ ਹਨ, ਉਸੇ ਤਰ੍ਹਾਂ ਮੈਂ ਕਰ ਰਿਹਾ। ਐਂਡ ਨਾਓ ਟੈਲ ਮੀ ਹਾਊ ਲੋਰਾ ਇਜ਼। ਦ ਓਲਡ ਮਾਡਲ ਵਾਜ਼ ਕੁਆਇਟ ਇੰਟਰਸਟਿਡ ਇਨ ਹਰ। ਹੁਣ ਮੈਨੂੰ ਦੱਸ ਲੋਰਾ ਕਿਵੇਂ ਹੈ, ਕਿਉਂਕਿ ਉਹ ਓਲਡ ਮਾਡਲ ਲੋਰਾ ਦੇ ਵਿੱਚ ਵੀ ਬੜੀ ਦਿਲਚਸਪੀ ਲੈ ਰਿਹਾ ਸੀ। ਇਸ ਗੱਲ 'ਤੇ ਹੀ ਹੈਰਾਨ ਹੋ ਜਾਂਦਾ ਹੈ। ਯੂ ਡੋਂਟ ਮੀਨ ਟੂ ਸੇ ਯੂ ਟਾਕ ਟੂ ਹਿਮ ਅਬਾਊਟ ਹਰ। ਹੁਣ ਇਹ ਨਾ ਕਹੀਂ ਕਿ ਤੂੰ ਲੋਰਾ ਬਾਰੇ ਵੀ ਸਭ ਕੁਝ ਦੱਸਦਾ ਉਸਨੂੰ। ਸਰਟਨਲੀ ਆਈ ਡਿਡ। ਹੀ ਨੋਜ਼ ਆਲ ਅਬਾਊਟ ਦ ਰਿਲੈਂਟਲੈਸ ਕਰਨਲ, ਦ ਲਵਲੀ ਲੋਰਾ ਐਂਡ 10,000 pounds, ਸੈਡ ਟਰੈਵਰ। ਟਰੈਵਰ ਕਹਿੰਦਾ ਬੇਸ਼ੱਕ ਮੈਂ ਉਹਨੂੰ ਦੱਸਿਆ, ਉਹਨੂੰ ਤਾਂ ਹੁਣ ਸਾਰਾ ਕੁਝ ਪਤਾ ਹੈ, ਕਰਨਲ ਬਾਰੇ ਵੀ ਪਤਾ ਹੈ, ਲੋਰਾ ਬਾਰੇ ਵੀ ਪਤਾ ਹੈ, 10,000 pounds ਬਾਰੇ ਵੀ ਪਤਾ ਹੈ।
हाउ कुड यू, क्राइड ह्यूई, ਲੁਕਿੰਗ ਵੈਰੀ ਰੈਡ ਐਂਡ ਐਂਗਰੀ। ਹਿਊਈ ਇਸ ਗੱਲ 'ਤੇ ਨਾਰਾਜ਼ ਹੋ ਗਿਆ। ਨਾਰਾਜ਼ਗੀ ਦੇ ਵਿੱਚ ਉਸਨੇ ਚਿੱਲਾ ਕੇ ਕਿਹਾ ਕਿ ਤੂੰ ਐਵੇਂ ਕਿਵੇਂ ਕਰ ਸਕਦਾ, ਮੇਰੀਆਂ ਸਾਰੀਆਂ ਪਰਸਨਲ ਗੱਲਾਂ ਤੂੰ ਉਸਨੂੰ ਦੱਸਦੀਆਂ। ਮਾਈ ਡੀਅਰ ਬੋਏ, ਸੈਡ ਟ੍ਰੈਵਰ ਸਮਾਈਲਿੰਗ, that old beggar, as you call him, is one of the richest men in Europe. He could buy all London tomorrow without overdrawing his account. ਮੇਰੇ ਪਿਆਰੇ ਲੜਕੇ, ਹੁਣ ਬੇਟਾ ਇੱਥੇ ਇੱਕ ਮੋੜ ਆਉਂਦਾ ਕਹਾਣੀ ਦੇ ਵਿੱਚ, ਜੋ ਆਪਾਂ ਡਰਾਮੈਟਿਕ ਟਵਿਸਟ ਦੀ ਗੱਲ ਕੀਤੀ ਸੀ ਉਹ ਡਰਾਮੈਟਿਕ ਟਵਿਸਟ ਹੈ। ਉਹ ਬੁੱਢਾ ਭਿਖਾਰੀ ਕੀ ਹੈ, ਯੂਰਪ ਦੇ ਸਭ ਤੋਂ ਅਮੀਰ ਆਦਮੀਆਂ 'ਚੋਂ ਇੱਕ ਹੈ। ਉਹ ਜੇ ਸਵੇਰੇ ਚਾਹੇ ਤਾਂ ਪੂਰਾ ਲੰਡਨ ਖਰੀਦ ਲੇ ਤਾਂ ਵੀ ਉਸਦੇ ਪੈਸੇ ਨਾ ਖਤਮ ਹੋਣ। ਹੀ ਹੈਜ਼ ਅ ਹਾਊਸ ਇਨ ਐਵਰੀ ਕੈਪੀਟਲ, ਹਰ ਕੈਪੀਟਲ ਦੇ ਵਿੱਚ ਉਸ ਦਾ ਇੱਕ ਘਰ ਹੈ, ਹਰ ਰਾਜਧਾਨੀ ਦੇ ਵਿੱਚ। ਡਾਈਨਸ ਆਫ ਗੋਲਡ ਪਲੇਟਸ, ਸੋਨੇ ਦੇ ਥਾਲਾਂ ਦੇ ਵਿੱਚ ਖਾਣਾ ਖਾਂਦਾ ਉਹ। ਐਂਡ ਕੈਨ ਪ੍ਰੀਵੈਂਟ ਰਸ਼ੀਆ ਗੋਇੰਗ ਟੂ ਵॉर ਵੈਨ ਹੀ ਚੂਜ਼ਿਜ਼, ਜੇ ਰਸ਼ੀਆ ਵਾਰ ਕਰਨ ਜਾਵੇ ਨਾ, ਯੁੱਧ ਕਰਨ ਜਾਵੇ, ਤਾਂ ਉਹਦੇ ਕਹੇ 'ਤੇ ਰੁਕ ਜਾਊਗਾ। ਵਾਟ ਔਨ ਅਰਥ ਡੂ ਯੂ ਮੀਨ, ਐਕਸਕਲੇਮਡ ਹਿਊਈ। ਹਿਊਈ ਹੈਰਾਨ ਹੋ ਕੇ ਕਹਿੰਦਾ ਕਿ ਮੈਨੂੰ ਯਕੀਨ ਨਹੀਂ ਹੋ ਰਿਹਾ, ਕੀ ਕਹਿ ਰਿਹਾ ਤੂੰ, ਕੀ ਮਤਲਬ ਹੈ ਤੇਰਾ। ਵਟ ਆਈ ਸੇ, ਸੈਡ ਟ੍ਰੈਵਰ, the old man you saw today in the studio was Baron Hosberg. He's a great friend of mine, buys all my pictures and that sort of thing, and gave me a commission a month ago to paint him as a beggar. What do you expect? It is whim of a millionaire, and I must say that he made a magnificent figure in his rags, or perhaps I should say in my rags. They are an old suit I got in Spain. ਤੇ ਹੁਣ ਐਲਨ ਟ੍ਰੈਵਰ ਉਸ ਦੇ ਸਾਹਮਣੇ ਇੱਕ ਸੀਕ੍ਰੇਟ ਖੋਲ੍ਹਦਾ ਹੈ। ਮੈਂ ਕਹਿ ਰਿਹਾ, ਮੇਰਾ ਮਤਲਬ ਇਹੀ ਹੈ ਕਿ ਉਹ ਬੈਰਨ ਹੌਸਬਰਗ ਸੀ, ਯੂਰਪ ਦੇ ਸਭ ਤੋਂ ਅਮੀਰ ਆਦਮੀਆਂ 'ਚੋਂ ਇੱਕ। ਉਹ ਮੇਰਾ ਬਹੁਤ ਵਧੀਆ ਦੋਸਤ ਹੈ, ਮੇਰੀਆਂ ਸਾਰੀਆਂ ਤਸਵੀਰਾਂ ਖਰੀਦਦਾ ਹੈ, ਅਤੇ ਕੁਝ ਦਿਨ ਪਹਿਲਾਂ ਉਸਨੇ ਮੈਨੂੰ ਕੁਝ ਪੈਸੇ ਵੀ ਦਿੱਤੇ ਸੀ ਤਾਂ ਕਿ ਮੈਂ ਉਸਦੀ ਇੱਕ ਤਸਵੀਰ ਬਣਾਵਾਂ। ਇਹ ਇੱਕ ਕਰੋੜਪਤੀ ਆਦਮੀ ਦਾ ਸ਼ੌਂਕ ਸਮਝ ਲਓ ਕਿ ਉਹ ਆਪਣੇ ਆਪ ਨੂੰ ਇੱਕ ਭਿਖਾਰੀ ਦੇ ਤੌਰ 'ਤੇ ਪੇਂਟ ਕਰਾਉਣਾ ਚਾਹੁੰਦਾ ਸੀ, ਅਤੇ ਉਹ ਉਹਨਾਂ ਫਟੇ ਕੱਪੜਿਆਂ 'ਚ ਕਿੰਨਾ ਸ਼ਾਨਦਾਰ ਲੱਗ ਰਿਹਾ ਸੀ, ਜਾਂ ਇਹ ਕਹੋ ਕਿ ਮੇਰੇ ਫਟੇ ਕੱਪੜਿਆਂ 'ਚ, ਕਿਉਂਕਿ ਇਹ ਸੂਟ ਸਪੇਨ ਦੇ ਵਿੱਚ ਮੈਂ ਲਿਆ ਸੀ। ਬੈਰਨ ਹੌਸਬਰਗ ਕ੍ਰਾਈਡ, ਹਿਊਈ, ਗੁੱਡ ਹੈਵਨਸ, ਆਈ ਗੇਵ ਹਿਮ ਅ ਸੋਵਰਨ। ਓਹੋ, ਬੈਰਨ ਹੌਸਬਰਗ ਸੀ, ਮੈਨੂੰ ਦੱਸ ਤਾਂ ਦੇਣਾ ਸੀ ਪਹਿਲਾਂ। ਐਂਡ ਹੀ ਸੈਂਕ ਇਨਟੂ ਐਨ ਆਰਮ ਚੇਅਰ, ਦ ਪਿਕਚਰ ਆਫ ਡਿਸਮੇ, ਉਦਾਸ ਹੋ ਕੇ ਕੁਰਸੀ 'ਚ ਬੈਠ ਗਿਆ। ਓਏ ਹੋਏ, ਮੈਂ ਤਾਂ ਉਹਨੂੰ ਇੱਕ ਸਿੱਕਾ ਦੇਤਾ ਭੀਖ ਦੇ ਵਿੱਚ। ਇਸ ਗੱਲ 'ਤੇ ਟ੍ਰੈਵਰ ਮਜ਼ਾਕ ਕਰਨ ਲੱਗਦਾ ਹੈ ਕਿ ਤੇਰਾ ਇੱਕ ਸਿੱਕਾ ਹੁਣ ਤੈਨੂੰ ਵਾਪਸ ਨਹੀਂ ਮਿਲਣ ਵਾਲਾ, ਕਿਉਂਕਿ ਬੈਰਨ ਹੌਸਬਰਗ ਉਹਨੂੰ ਵੀ ਬਿਜ਼ਨਸ 'ਚ ਲਗਾ ਦੂਗਾ ਅਤੇ ਤੈਨੂੰ ਤੇਰੇ ਸਿੱਕੇ ਦਾ ਇੰਟਰਸਟ ਆਉਂਦਾ ਰਹੂਗਾ। ਵਟ ਅ ਡਫਰ ਹੀ ਮਸਟ ਥਿੰਕ ਮੀ, ਸੈਡ ਹਿਊਈ। ਹਿਊਈ ਕਹਿੰਦਾ, ਉਹ ਕੀ ਸੋਚੂਗਾ ਮੇਰੇ ਬਾਰੇ, ਕਿੰਨਾ ਬੇਵਕੂਫ ਹੈ। ਇੱਕ ਯੂਰਪ ਦੇ ਸਭ ਤੋਂ ਅਮੀਰ ਆਦਮੀ ਨੂੰ ਮੈਂ ਇੱਕ ਸਿੱਕਾ ਭੀਖ 'ਚ ਦੇਤਾ। ਨਾਟ ਐਟ ਆਲ। ਹੀ ਵਾਜ਼ ਇਨ ਦ ਹਾਈਐਸਟ ਸਪਿਰਿਟਸ ਆਫਟਰ ਯੂ ਲੈਫਟ, ਰੀਸੈਟ, ਕੈਪਟ chuckling to himself and rubbing his wrinkled hands together. ਬਿਲਕੁਲ ਵੀ ਨਹੀਂ, ਉਹ ਤਾਂ ਤੇਰੇ ਜਾਣ ਤੋਂ ਬਾਅਦ ਬਹੁਤ ਖੁਸ਼ ਹੋ ਗਿਆ। ਝੁਰੀਆਂ ਭਰੇ ਹੋਏ ਉਹਦੇ ਹੱਥ ਜਿਹੜੇ ਸੀ, ਉਹ ਲਗਾਤਾਰ ਉਹਨਾਂ ਹੱਥਾਂ ਨੂੰ ਰਗੜਦਾ ਰਿਹਾ ਅਤੇ ਆਪਣੇ ਆਪ 'ਚ ਹੀ ਹੱਸਦਾ ਰਿਹਾ। ਆਈ couldn't make out why he was so interested to know all about you. ਮੈਂ ਉਦੋਂ ਨਹੀਂ ਸਮਝ ਪਾਇਆ ਕਿ ਉਹ ਕਿਉਂ ਤੇਰੇ ਬਾਰੇ ਸਾਰਾ ਕੁਝ ਪੁੱਛ ਰਿਹਾ। ਹੁਣ ਮੈਨੂੰ ਸਮਝ ਆ ਰਿਹਾ ਕਿ ਉਹਦੇ ਹੱਥ 'ਚ ਕੀ ਸੀ, ਉਹ ਆਪਣੇ ਹੈਂਡਸ ਰੱਬ ਕਿਉਂ ਕਰ ਰਿਹਾ ਸੀ। ਉਹਦੇ ਹੱਥ 'ਚੋਂ ਸਿੱਕਾ ਸੀ ਜਿਹੜਾ ਤੂੰ ਦਿੱਤਾ। He'll invest your sovereign for you. ਹੁਣ ਉਹ ਸਿੱਕੇ ਨੂੰ ਕੀ ਕਰ ਦੂਗਾ, ਬਿਜ਼ਨਸ 'ਚ ਲਗਾ ਦੂਗਾ, ਤੇਰਾ ਸਿੱਕਾ ਨਹੀਂ ਤੈਨੂੰ ਮਿਲਣ ਵਾਲਾ। Pay you the interest every 6 months and have a capital story to tell after dinner. I am an unlucky devil, growled Hughie. The best thing I can do is to go to bed. And my dear Ellen, you must not tell me I shouldn't dare show my face in the road. Nonsense. It reflects the highest credit on the philanthropic spirit, Hughie. And don't run away. Talk about Laura as much as you like. ਫਿਰ ਹਿਊਈ ਲਗਾਤਾਰ ਸ਼ਰਮਿੰਦਾ ਹੋਈ ਜਾਂਦਾ ਹੈ। ਮੈਂ ਤਾਂ ਜਾਣਾ, ਹੁਣ ਮੈਂ ਸੌਣਾ, ਮੈਨੂੰ ਬਹੁਤ ਸ਼ਰਮ ਆ ਰਹੀ ਹੈ।
ਨਹੀਂ ਨਹੀਂ, ਸ਼ਰਮ ਵਾਲੀ ਕੀ ਗੱਲ ਹੈ? ਇਸ ਦੇ ਵਿੱਚ ਤਾਂ ਤੇਰੀ ਫਿਲਨਥ੍ਰੋਪਿਕ ਸਪਿਰਿਟ ਦਾ ਪਤਾ ਲੱਗਦਾ ਹੈ, ਤੇਰੀ ਦਿਆਲੂ ਤੇ ਦਾਨਵੀਰ ਸੁਭਾਅ ਬਾਰੇ ਪਤਾ ਲੱਗਦਾ ਹੈ। ਫਿਲਨਥ੍ਰੋਪਿਕ ਹੁੰਦਾ ਦਾਨਵੀਰ। ਤੂੰ ਇੰਨਾ ਦਿਆਲੂ ਹੈ ਤੇ ਇੰਨਾ ਦਾਨ ਕਰਦਾ ਹੈ, ਇਹ ਤਾਂ ਚੰਗੀ ਗੱਲ ਹੈ। ਇਸ 'ਚ ਦੁਖੀ ਹੋਣ ਵਾਲੀ ਕੀ ਗੱਲ ਹੈ? ਹੁਣ ਭੱਜ ਨਾ, ਮੇਰੇ ਕੋਲ ਬੈਠ ਕੇ ਜਿੰਨੀਆਂ ਮਰਜ਼ੀ ਲੌਰਾ ਬਾਰੇ ਗੱਲਾਂ ਕਰ ਲੈ। ਹੁਣ ਕੀ ਹੁੰਦਾ ਹੈ, ਨੈਕਸਟ ਮੋਰਨਿੰਗ ਐਟ ਬ੍ਰੇਕਫਾਸਟ ਸਰਵੈਂਟ ਜਿਹੜਾ ਹੈ ਉਹ ਹਿਊਈ ਲਈ ਇੱਕ ਮੈਸੇਜ ਲੈ ਕੇ ਆਉਂਦਾ ਹੈ। ਮੌਨਸ਼ਰ ਗੋਸਟਿਫ ਹਾਰਡਿਨ ਔਨ ਬਿਹਾਫ ਆਫ ਐਮਲੀ ਬੈਰਨ ਹੌਸਬਰਗ। ਉਸ ਦੇ ਕੋਲ ਇੱਕ ਸੁਨੇਹਾ ਪਰਚੀ ਦੇ ਰੂਪ ਦੇ ਵਿੱਚ ਆਉਂਦਾ ਅਤੇ ਉਸ 'ਤੇ ਲਿਖਿਆ ਹੁੰਦਾ ਹੈ ਕਿ ਮੌਨਸ਼ਰ ਗੋਸਟਿਫ ਹਾਰਡਿਨ ਤੁਹਾਨੂੰ ਮਿਲਣਾ ਚਾਹੁੰਦੇ ਹਨ ਐਮਲੀ ਬੈਰਨ ਹੌਸਬਰਗ ਵੱਲੋਂ। ਤਾਂ ਹਿਊਈ ਇੱਕਦਮ ਡਰ ਜਾਂਦਾ ਹੈ। ਉਹ ਸੋਚਦਾ ਹੈ ਕਿ ਹੁਣ ਇਹ ਨਾਰਾਜ਼ ਹੋਣਗੇ ਜਾਂ ਮੈਨੂੰ ਪਨਿਸ਼ਮੈਂਟ ਮਿਲ ਸਕਦੀ ਹੈ, ਵਟਐਵਰ। The old gentleman with gold spectacles and grey hair came into the room and said, in a slight French accent, "Have I the honor of addressing Monsieur Erskine?" Hughie bowed. ਹੁਣ ਕੀ ਹੁੰਦਾ ਹੈ ਕਿ ਇੱਕ ਬਜ਼ੁਰਗ ਭਦਰ ਪੁਰਸ਼ ਉਸ ਕਮਰੇ 'ਚ ਆਉਂਦਾ ਹੈ। ਉਸਨੇ ਸੋਨੇ ਦੀ ਐਨਕ ਲਗਾਈ ਹੋਈ ਹੈ, ਉਸਦੇ ਸਫੇਦ ਵਾਲ ਹਨ ਅਤੇ ਉਹ ਆ ਕੇ ਕੀ ਕਹਿੰਦਾ ਹੈ, ਕੀ ਮੈਂ ਸ਼੍ਰੀਮਾਨ ਅਰਸਕਨ ਨਾਲ ਗੱਲ ਕਰਨ ਦਾ ਸੁਭਾਗ ਪ੍ਰਾਪਤ ਕਰ ਰਿਹਾ ਹਾਂ? ਹਿਊਈ ਉਸਦੇ ਸਾਹਮਣੇ ਝੁਕਦਾ ਹੈ। I have come from Baron Hosberg, he continued. The Baron, ਮੈਂ ਸ਼੍ਰੀਮਾਨ ਬੈਰਨ ਵੱਲੋਂ ਆਇਆ ਹਾਂ। ਦ ਬੈਰਨ ਦਾ ਮਤਲਬ ਹੈ ਕਿ ਮਹਾਨ ਬੈਰਨ, ਜੋ ਸ਼ਖਸੀਅਤ ਹੈ ਯੂਰਪ ਦੀ। ਹਿਊਈ ਮਾਫੀ ਮੰਗਦਾ ਹੈ। I beg, sir, that you will offer him my sincere apologies, stammered Hughie. ਮਾਫੀ ਮੰਗਦੇ ਹੋਏ ਹਿਊਈ ਤੁਤਲਾ ਰਿਹਾ, ਸਟੈਮਰ ਕਰ ਰਿਹਾ ਹੈ, ਉਸਦੀ ਜ਼ੁਬਾਨ ਲੜਖੜਾ ਰਹੀ ਹੈ। ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਸ਼੍ਰੀਮਾਨ ਜੀ, ਅਤੇ ਮੈਂ ਬਹੁਤ ਹੀ ਮਾਫੀ ਚਾਹੁੰਦਾ ਹਾਂ ਉਹਨਾਂ ਤੋਂ। The Baron, said the old gentleman with a smile, has commissioned me to bring you this letter, and he extended a sealed envelope. ਅਤੇ ਉਸ ਬਜ਼ੁਰਗ ਆਦਮੀ ਨੇ ਉਸ ਦੀ ਗੱਲ ਨੂੰ ਵਿੱਚ ਹੀ ਰੱਖਦੇ ਹੋਏ ਆਪਣੇ ਵੱਲੋਂ ਕਹਿਣਾ ਸ਼ੁਰੂ ਕੀਤਾ, ਬੈਰਨ ਸਾਹਿਬ ਨੇ ਤੁਹਾਡੇ ਲਈ ਇਹ ਚਿੱਠੀ ਭੇਜੀ ਹੈ, ਅਤੇ ਉਸ ਤੋਂ ਬਾਅਦ ਇੱਕ ਬੰਦ ਲਿਫਾਫਾ ਉਸ ਨੂੰ ਦੇ ਦਿੰਦਾ ਹੈ। On the outside was written, "A wedding present to Hughie Erskine and Laura Merton from an old beggar," and was inside was a check of £10,000. ਤੇ ਉਸ ਚਿੱਠੀ ਦੇ ਬਾਹਰ ਲਿਖਿਆ ਹੋਇਆ ਹੈ, ਸ਼ਾਦੀ ਦਾ ਇੱਕ ਤੋਹਫਾ ਹਿਊਈ ਐਰਸਕਨ ਤੇ ਲੌਰਾ ਮਰਟਨ ਨੂੰ ਇੱਕ ਗਰੀਬ ਭਿਖਾਰੀ ਵੱਲੋਂ, ਅਤੇ ਉਸ ਦੇ ਅੰਦਰ ਸੀ ਇੱਕ ਚੈੱਕ £10,000 ਦਾ। When they were married, Alan Trevor was the best man, and Baron made a speech at the wedding breakfast. ਜਦੋਂ ਉਹਨਾਂ ਦੀ ਵਿਆਹ ਹੋਇਆ ਤਾਂ ਐਲਨ ਟਰੈਵਰ ਬੈਸਟ ਮੈਨ ਸਰਵਾਲਾ ਬਣਿਆ, ਔਰ ਬੈਰਨ ਜੋ ਸੀ ਉਸਨੇ ਸਿਰਫ ਇਸ ਵਿਆਹ ਨੂੰ ਸਪੋਂਸਰ ਹੀ ਨਹੀਂ ਕੀਤਾ ਬਲਕਿ ਵਿਆਹ 'ਚ ਸ਼ਾਮਿਲ ਵੀ ਹੋਇਆ ਅਤੇ ਵਿਆਹ ਦੀ ਬ੍ਰੇਕਫਾਸਟ 'ਤੇ ਉਸਨੇ ਸਪੀਚ ਵੀ ਦਿੱਤੀ। Millionaire models, remarked Alan, are rare enough, but by Jove, model millionaires are rarer still. ਸੋ ਆਖਰੀ ਸ਼ਬਦ ਐਲਨ ਟਰੈਵਰ ਦੇ ਸਨ, ਜਿਸਨੇ ਇਹ ਕਿਹਾ ਕਿ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ, ਇੱਕਦਮ ਦੁਰਲਭ ਹੈ ਕਿ ਕੋਈ ਕਰੋੜਪਤੀ ਆ ਕੇ ਇਸ ਤਰ੍ਹਾਂ ਮਾਡਲ ਬਣੇ, ਲੇਕਿਨ ਕੋਈ ਕਰੋੜਪਤੀ ਦੂਸਰਿਆਂ ਲਈ ਮਾਡਲ ਬਣ ਜੇ, ਯਾਨੀ ਕਿ ਆਦਰਸ਼ ਬਣ ਜੇ ਕਿ ਕਿਸ ਤਰ੍ਹਾਂ ਇੱਕ ਕਰੋੜਪਤੀ ਨੂੰ ਦੂਸਰੇ ਦੇ ਸੁੱਖ ਦੁੱਖ ਸਾਥ ਦੇਣਾ ਚਾਹੀਦਾ ਹੈ। ਸੋ ਇਹ ਜਿਹੜੀ ਚੀਜ਼ ਹੈ ਇਹ ਬੈਰਨ ਹੌਸਬਰਗ ਨੂੰ ਇੱਕ ਮਹਾਨ ਇਨਸਾਨ ਬਣਾਉਂਦੀ ਹੈ। ਮਾਈ ਡੀਅਰ ਸਟੂਡੈਂਟਸ, this was all about this chapter. I hope you liked it. Please press the like button. Also subscribe the channel and share with your friends. Thank you for tuning in. Have a very nice day.